ESS ने भरोसा कमाया। थोड़ी देर ਦੇ ਵਿੱਚ ਬੀਜੇਪੀ ਦੇ ਵਿੱਚ ਇੱਕ ਹੋਰ ਵੱਡੀ ਜੁਆਇਨਿੰਗ ਮੁੱਕੇਬਾਜ਼ ਵਜਿੰਦਰ ਸਿੰਘ ਕਾਂਗਰਸ ਛੱਡ ਬੀਜੇਪੀ ਦੇ ਵਿੱਚ ਹੋਣਗੇ ਸ਼ਾਮਲ। ਬੀਜੇਪੀ ਦਫ਼ਤਰ ਪਹੁੰਚੇ। ਕੇਜਰੀਵਾਲ ਦੀ ਪਟੀਸ਼ਨ ਤੇ ਦਿੱਲੀ ਹਾਈ ਕੋਰਟ ਦੇ ਸੁਣਵਾਈ ਜਾਰੀ। ਈਡੀ ਦੇ ਵੱਲੋਂ ਪਟੀਸ਼ਨ ਦਾ ਵਿਰੋਧ। ਕੇਜਰੀਵਾਲ ਦੇ ਵਕੀਲ ਬੋਲੇ ਚੋਣਾਂ ਤੋਂ ਪਹਿਲਾਂ ਗ੍ਰਿਫਤਾਰੀ ਕਰਕੇ ਪਾਰਟੀ ਨੂੰ ਖਤਮ ਕਰਨ ਦੀ ਹੋ ਰਹੀ ਹੈ ਕੋਸ਼ਿਸ਼। ਆਤਿਸ਼ੀ ਦੇ ਦਾਅਵੇ ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਦਾ ਜਵਾਬ। ਕਿਹਾ ਕੇਜਰੀਵਾਲ ਦਾ ਭਾਰ ਹੁਣ ਵੀ 65 ਕਿਲੋ ਜੋ ਜੇਲ੍ਹ ਦੇ ਵਿੱਚ ਆਉਣ ਵੇਲੇ ਸੀ। ਸ਼ੂਗਰ ਲੈਵਲ ਵੀ ਕੰਟਰੋਲ ਦੇ ਵਿੱਚ। ਆਤਿਸ਼ੀ ਨੇ ਕੇਜਰੀਵਾਲ ਦਾ ਵਜ਼ਨ ਤੇਜ਼ੀ ਦੇ ਨਾਲ ਘਟਣ ਦਾ ਕੀਤਾ ਸੀ ਦਾਅਵਾ। ਦਿੱਲੀ ਬੀਜੇਪੀ ਨੇ ਆਤਿਸ਼ੀ ਨੂੰ ਭੇਜਿਆ ਲੀਗਲ ਨੋਟਿਸ। ਪੁੱਛਿਆ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦਾ ਕਿਸ ਨੇ ਦਿੱਤਾ ਆਫਰ, ਦਿਓ ਸਬੂਤ। ਜੇ ਮਾਫੀ ਨਾ ਮੰਗੀ ਤਾਂ ਕਰਾਂਗੇ ਮਾਣਹਾਨੀ ਦਾ ਕੇਸ। ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ 7 ਅਪ੍ਰੈਲ ਨੂੰ ਭੁੱਖ ਹੜਤਾਲ ਕਰਨਗੇ ਆਪ ਲੀਡਰ। ਜੰਤਰ ਮੰਤਰ ਤੇ ਬੀਜੇਪੀ ਦੇ ਖਿਲਾਫ ਖੋਲਣਗੇ ਮੋਰਚਾ। ਦੇਸ਼ ਭਰ ਦੇ ਵਿੱਚ ਸਮਰਥਕਾਂ ਨੂੰ ਵੀ ਸਾਥ ਦੇਣ ਦੀ ਕੀਤੀ ਅਪੀਲ। ਬੀਜੇਪੀ ਦੇ ਵਿੱਚ ਸ਼ਾਮਲ ਹੋਏ ਰਮਨੀਤ ਸਿੰਘ ਬਿੱਟੂ ਦਾ ਸਾਬਕਾ ਸੀਐਮ ਚਰਨਜੀਤ ਚੰਨੀ ਤੇ ਵੱਡਾ ਇਲਜ਼ਾਮ। ਬੋਲੇ ਫਿਰੋਜ਼ਪੁਰ ਦੇ ਵਿੱਚ ਪੀਐਮ ਦਾ ਕਾਫਲਾ ਰੋਕਣ ਦੇ ਪਿੱਛੇ ਸੀ ਚੰਨੀ ਦੀ ਸ਼ਰਾਰਤ। ਦੇਸ਼ ਤੇ ਪੰਜਾਬ ਨੂੰ ਤੋੜਨ ਵਾਲਿਆਂ ਦੇ ਨਾਲ ਕਾਂਗਰਸ ਦੇ ਕਈ ਲੀਡਰ। ਬੀਜੇਪੀ ਦਾ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਨਿਸ਼ਾਨਾ। ਕਿ ਐਸਜੀਪੀਸੀ ਦੀ ਨਿੱਜੀ ਜਾਇਦਾਦ ਨਹੀਂ ਹੈ ਸਿੱਖੀ। ਸਮਾਂ ਆ ਗਿਆ ਕਿ ਸਿੱਖੀ ਮਾਮਲਿਆਂ ਤੋਂ ਵੱਖ ਹੋਵੇ ਅਕਾਲੀ ਦਲ। ਸੁਖਬੀਰ ਬਾਦਲ ਨੇ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਕਿਹਾ ਸੀ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਦਖਲ ਨਾ ਦੇਵੇ ਬੀਜੇਪੀ। ਸੀਐਮ ਮਾਨ ਨੇ ਸੰਗਰੂਰ ਸੀਟ ਨੂੰ ਲੈ ਕੇ ਕੀਤੀ ਅਹਿਮ ਮੀਟਿੰਗ। ਵਿਧਾਇਕਾਂ ਤੇ ਉਮੀਦਵਾਰਾਂ ਦੇ ਨਾਲ ਚੋਣ ਨੂੰ ਲੈ ਕੇ ਕੀਤੀ ਚਰਚਾ। ਕੱਲ ਫਰੀਦਕੋਟ ਅਤੇ ਪਟਿਆਲਾ ਸੀਟ ਨੂੰ ਲੈ ਕੇ ਕੀਤਾ ਸੀ ਮੰਥਨ। ਦਿੱਲੀ 'ਚ ਸੋਨੀਆ ਗਾਂਧੀ ਨੂੰ ਮਿਲੇ ਪੰਜਾਬ ਕਾਂਗਰਸ ਦੇ ਸਾਂਸਦ ਮਨੀਸ਼ ਤਿਵਾੜੀ, ਗੁਰਜੀਤ ਔਜਲਾ ਤੇ ਜਸਬੀਰ ਡਿੰਪਾ ਨੇ ਕੀਤੀ ਮੁਲਾਕਾਤ। ਮੁਹੰਮਦ ਸਦੀਕ ਤੇ ਡਾਕਟਰ ਅਮਰ ਸਿੰਘ ਵੀ ਨਾਲ ਰਹੇ ਮੌਜੂਦ। ਰਾਹੁਲ ਗਾਂਧੀ ਨੇ ਕੇਰਲ ਦੀ ਵਾਇਨਾਡ ਸੀਟ ਤੋਂ ਦਾਖਲ ਕੀਤੀ ਨਾਮਜ਼ਦਗੀ। ਪ੍ਰਿੰਕਾ ਗਾਂਧੀ ਦੇ ਨਾਲ ਰੋਡ ਸ਼ੋਅ ਦੇ ਜ਼ਰੀਏ ਕੀਤਾ ਸ਼ਕਤੀ ਪ੍ਰਦਰਸ਼ਨ। ਪਿਛਲੀ ਵਾਰ ਵਾਇਨਾਡ ਤੋਂ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਜਿੱਤੇ ਸਨ ਰਾਹੁਲ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਰਹਿਣਾ ਮੈਂ ਪਰਮਿੰਦਰ ਸਿੰਘ ਤੇਜਾ। ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। ਸ਼ੁਰੂਆਤ ਕਰਨ ਜਾ ਰਹੇ ਹਾਂ 24 ਦੇ ਅਖਾੜੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੋਂ। ਬੀਜੇਪੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਬਾਕਸਰ ਵਿਜੇਂਦਰ ਸਿੰਘ। ਬੀਜੇਪੀ ਦੇ ਵਿੱਚ ਥੋੜੀ ਦੇਰ ਦੇ ਵਿੱਚ ਦਰਅਸਲ ਸ਼ਾਮਲ ਹੋਣਗੇ। ਕਾਂਗਰਸ ਛੱਡ ਕੇ ਬੀਜੇਪੀ ਦਾ ਪੱਲਾ ਫੜਨਗੇ ਮੁੱਕੇਬਾਜ਼ ਵਿਜੇਂਦਰ ਸਿੰਘ। ਦਿੱਲੀ ਦੇ ਵਿੱਚ ਬੀਜੇਪੀ ਹੈੱਡਕੁਆਟਰ ਦੇ ਵਿੱਚ ਦਰਅਸਲ ਇਹ ਪੂਰੀ ਜੁਆਇਨਿੰਗ ਹੋਵੇਗੀ। ਸਾਲ 2019 ਦੇ ਵਿੱਚ ਕਾਂਗਰਸ ਤੋਂ ਲੋਕ ਸਭਾ ਚੋਣ ਵੀ ਲੜ ਚੁੱਕੇ ਨੇ ਵਿਜੇਂਦਰ ਸਿੰਘ। ਸਾਊਥ ਦਿੱਲੀ ਤੋਂ ਕਾਂਗਰਸ ਦੇ ਵੱਲੋਂ ਵਿਜੇਂਦਰ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਸੀਗਾ। ਹਾਲਾਂਕਿ ਇਸ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ। ਤੀਜੇ ਨੰਬਰ ਤੇ ਦਰਅਸਲ ਰਹੇ ਸਨ ਸਾਊਥ ਦਿੱਲੀ ਤੋਂ ਜਦੋਂ 2019 ਦੇ ਵਿੱਚ ਵਿਜੇਂਦਰ ਸਿੰਘ ਵੱਲੋਂ ਚੋਣ ਲੜੀ ਗਈ ਸੀ। ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ। ਤੀਜੇ ਨੰਬਰ ਤੇ ਰਹੇ ਸਨ ਕਿਉਂਕਿ 2019 ਦੇ ਵਿੱਚ 7 ਦੀਆਂ 7 ਸੀਟਾਂ ਤੇ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਜਿਹੜੇ ਕਿ ਸੰਸਦ ਮੈਂਬਰ ਬਣੇ ਸਨ। ਤੁਹਾਨੂੰ ਅਸੀਂ ਲਾਈਵ ਤਸਵੀਰਾਂ ਵੀ ਵਿਖਾ ਰਹੇ ਹਾਂ। ਦਰਅਸਲ ਬੀਜੇਪੀ ਹੈੱਡਕੁਆਟਰ ਦਿੱਲੀ ਦੀਆਂ ਤਸਵੀਰਾਂ ਨੇ। ਇਸੇ ਜਗ੍ਹਾ ਤੋਂ ਇਹ ਜੁਆਇਨਿੰਗ ਹੋਏਗੀ। ਇਸੇ ਜਗ੍ਹਾ ਤੋਂ ਪਿਛਲੇ ਦਿਨਾਂ ਦੀ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਕਈ ਵੱਡੇ ਆਗੂ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ। ਉਸ ਦੇ ਵਿੱਚ ਰਮਨੀਤ ਬਿੱਟੂ ਵੀ ਨੇ, ਉਸ ਦੇ ਵਿੱਚ ਸ਼ੀਤਲ ਅੰਗੂਰਾਲ ਵੀ ਨੇ, ਉਸ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਵੀ ਨੇ। ਤੇ ਇਸੇ ਜਗ੍ਹਾ ਤੋਂ ਇਸੇ ਬੀਜੇਪੀ ਹੈੱਡਕੁਆਟਰ ਦੇ ਵਿੱਚ ਅੱਜ ਨਵੀਂ ਜੁਆਇਨਿੰਗ ਹੋਣ ਜਾ ਰਹੀ ਹੈ। ਕਾਂਗਰਸ ਨੂੰ ਲੋਕ ਸਭਾ ਚੋਣਾਂ ਦੇ ਵਿਚਾਲੇ ਇੱਕ ਵੱਡਾ ਝਟਕਾ ਕਿਹਾ ਜਾ ਸਕਦਾ ਹੈ। ਕਾਂਗਰਸ ਛੱਡ ਕੇ ਜਿਹੜੇ ਕਿ ਬੀਜੇਪੀ ਦਾ ਪੱਲਾ ਫੜਨਗੇ ਮੁੱਕੇਬਾਜ਼ ਵਿਜੇਂਦਰ ਸਿੰਘ। ਦਿੱਲੀ ਦੇ ਵਿੱਚ ਇਸੇ ਜਗ੍ਹਾ ਤੇ ਬੀਜੇਪੀ ਹੈੱਡਕੁਆਟਰ ਦੇ ਵਿੱਚ ਦਰਅਸਲ ਇਹ ਜੁਆਇਨਿੰਗ ਹੋਣ ਜਾ ਰਹੀ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਵਿਜੇਂਦਰ ਸਿੰਘ ਆ ਚੁੱਕੇ ਨੇ। ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਥੋੜੀ ਦੇਰ ਦੇ ਵਿੱਚ ਦਰਅਸਲ ਇਹ ਜੁਆਇਨਿੰਗ ਹੋਣ ਜਾ ਰਹੀ ਹੈ। ਬੀਜੇਪੀ ਦੇ ਹੋਰ ਆਗੂ ਜਿਹੜੇ ਕਿ ਪਹੁੰਚ ਚੁੱਕੇ ਨੇ। ਵਿਜੇਂਦਰ ਸਿੰਘ ਜਿਹੜੇ ਕਿ ਕੁਰਸੀ ਤੇ ਬੈਠ ਚੁੱਕੇ ਨੇ, ਬਿਰਾਜਮਾਨ ਹੋ ਚੁੱਕੇ ਨੇ। ਥੋੜੀ ਦੇਰ ਦੇ ਵਿੱਚ ਹੀ ਆਖਰਕਾਰ ਇਹ ਬੀਜੇਪੀ ਦੇ ਵਿੱਚ ਵੱਡੀ ਜੁਆਇਨਿੰਗ ਹੋਣ ਜਾ ਰਹੀ ਹੈ। ਸੋ ਦਲ ਬਦਲੀਆਂ ਦਾ ਦੌਰ ਲਗਾਤਾਰ ਜਾਰੀ ਹੈ। ਪਿਛਲੇ ਦਿਨੀ ਵੀ ਵੱਡੇ पद्धर ਤੇ ਜਿਹੜੀਆਂ ਕਿ दल बदलियां हुई सन। मित्रों, भारतीय जनता पार्टी के माननीय प्रदेश राष्ट्रीय महामंत्री और निरंतर पार्टी में आने वाले नए साथियों के साथ माननीय विनोद तावरे जी उपस्थित रहते हैं, तो आज भी माननीय विनोद तावरे जी आपके बीच हैं। बगल में दिल्ली विधानसभा में हमारे नेता और लोकसभा के प्रत्याशी माननीय रामवीर सिंह विदुरी जी हैं।
दिल्ली भाजपा के वरिष्ठ नेता राजीव बब्बर जी हैं। माननीय प्रधानमंत्री जी के नेतृत्व में लगातार प्रत्येक क्षेत्र के लोगों का आना, पार्टी की सदस्यता ग्रहण करना प्रारंभ है। उस क्रम में निरंतर देश का मान बढ़ाने वाले और सम्मान को निरंतर आत्मसात करने वाले माननीय विजेंद्र जी अपने बीच हैं। मेरा विनम्र निवेदन होगा माननीय विनोद तावरे जी से कि विजेंद्र जी को पार्टी की सदस्यता ग्रहण कराएं। माननीय विनोद तावरे जी, रामवीर जी। इधर आप इधर आ जाइए। चल मेरा निवेदन है माननीय राष्ट्रीय महामंत्री श्री विनोद तावरे जी से आपको संबोधित करें। नमस्कार। संजय मयूर जी, विदुरी जी, राजीव बब्बर जी और आज हम सबके साथ आए विजेंद्र जी। सबसे शुरू में मैं ये कहना चाहता हूं कि राहुल गांधी जी से मेरे 3 सवाल हैं। पहला सवाल यह है कि वायनाड में राहुल गांधी एसडीपीआई का समर्थन ले रहे हैं। एसडीपीआई प्रतिबंधित संगठन पीएफआई का पॉलिटिकल फ्रंट मानी जाती है। पीएफआई एसडीपीआई पर भाजपा शासित प्रदेश में प्रतिबंध है ऐसा नहीं है, तो वो कर्नाटक में भी प्रतिबंधित है। क्यों है? तो आतंकवाद, देश विरोधी गतिविधियों में उनके संबंध के पुख्ते सबूत मिले हैं। आतंकवादी और टुकड़े टुकड़े गैंग के प्रति कांग्रेस का यह प्रेम अबाध गति से जारी है। जिस केरल के कोयम्बटूर बम कांड में अब्दुल नासिर बदनी की रिहाई के लिए मार्च 2006 में विधानसभा में कांग्रेस और कम्युनिस्ट पार्टी का प्रस्ताव पारित किया था, ये इतिहास का इकलौता उदाहरण है कि ऐसे बम कांड में सम्मिलित किसी को रिहा करने की मांग विधानसभा करती है। ऐसे एसडीपीआई राहुल गांधी के मोहब्बत के दुकान में आती है क्या? एसडीपीआई से साथ रहना ये मोहब्बत की दुकान का प्रोडक्ट है क्या? और जो हालात बदलने वाले हैं, क्या देशद्रोही आतंकवादियों के कब्जे में देश देना या ना हालात बदलना, ये कांग्रेस मानती है का नंबर पहला प्रश्न। दूसरा प्रश्न यह है कि दिल्ली में रामलीला मैदान में तो घमंडिया गठबंधन की रैली तो हुई, सब साथ आए, लेकिन उसी रैली में आए हुए कुछ पार्टी के लोग राहुल गांधी जी के विरोध में
सीपीआई के व्यक्ति चुनाव लड़ने वाले हैं और बंगाल में लोकसभा में कांग्रेस के नेता रहे, उनके विरोध में टीएमसी उम्मीदवार लड़ने वाली है। तो ये गठबंधन है या विगठबंधन है, इस सवाल का जवाब राहुल जी ने देना चाहिए। और तीसरा सवाल मेरा यह है, कांग्रेस के विज्ञापन आने लगे हैं, लेकिन उसमें कांग्रेस के अध्यक्ष जी का फोटो नहीं है। खड़गे जी अगर आपके अध्यक्ष है तो उनका फोटो होना चाहिए, उनका नहीं तो राहुल जी आपका, सोनिया जी का। क्या कांग्रेस को यह डर है कि अपने किसी नेता के फोटो डालने से अपने वोट कम होने वाले हैं, इसलिए विज्ञापन में ना सोनिया जी का, ना राहुल जी का, ना खड़गे जी का फोटो आ रहा है? ऐसे 3 सवाल राहुल जी को मैं आज आपके द्वारा पूछना चाहता हूं। विजेंद्र जी आज हमारे साथ जुड़े हैं, जो 2008 के बीजिंग में मेडल जीते हैं, राजीव गांधी खेल रत्न जीता है, अर्जुन अवार्ड जीता है, पद्मश्री उनको राष्ट्रपति के द्वारा पुरस्कृत किया गया है। ऐसे विजेंद्र जी भारतीय जनता पार्टी में आदरणीय प्रधानमंत्री मोदी जी के नेतृत्व में विकसित भारत का संकल्प पूरा करने के लिए हमारे साथ जुड़े, तो स्वाभाविकता उनकी हर ताकत का, हर शक्ति का उपयोग भारतीय जनता पार्टी दिल्ली, हरियाणा, राजस्थान, इन सभी प्रांतों में जरूर करेगी, उत्तर प्रदेश में भी। और उनके आने से और एक मजबूती से भारतीय जनता पार्टी अपने ध्येय की ओर, अपने टारगेट की ओर सफलतापूर्वक बढ़ेगी, ये मुझे विश्वास है। धन्यवाद। मेरा निवेदन होगा माननीय विजेंद्र जी से कि आपको संबोधित करें। जी, राम राम सभी को। मैं बॉक्सर विजेंद्र सिंह और माननीय प्रधानमंत्री नरेंद्र मोदी जी, हमारे होम मिनिस्टर अमित शाह जी, अध्यक्ष जेपी नड्डा जी, तावड़े जी, मैंग जी के नेतृत्व में मैं आज बीजेपी में शामिल हो रहा हूं और एक तरह से कहते घर वापसी हो रही है मेरी। तकरीबन 19 में मैं चुनाव लड़ा था और ऑलमोस्ट 5 साल होने वाले हैं, अभी 4 साल होने वाले हैं। तो अभी कहते कि इंग्लिश में कहावत है गुड टू बी बैक, तो काफ़ी अच्छा लग रहा है। और जिस तरह से मान सम्मान खिलाड़ियों का देश विदेश में बढ़ा है वो काबिल तारीफ है। जैसे हम बाहर यूके में फ़ाइट करने जाते थे, दुबई में फ़ाइट करने जाते थे, आयरलैंड में फ़ाइट करने जाते थे, तो कई बार एयरपोर्ट पर बहुत सारी चीज़ें होती थी, लेकिन जब से हमारी बीजेपी सरकार आई है, मोदी गवर्नमेंट आई है, तब से एक बहुत सरल और कहते बहुत आसान तरीके से हम कहीं भी आ जा सकते हैं। जो मान सम्मान इस गवर्नमेंट में मिला है तो खिलाड़ी उसके लिए बहुत धन्यवाद करते हैं मोदी साहब का, बीजेपी गवर्नमेंट का। और मैं चाहूँगा कि इस गवर्नमेंट में रहकर मैं ज़्यादा से ज़्यादा लोगों का भला कर सकूँ, लोगों को सही राह दिखा सकूँ। और मैं पहले वाला विजेंदर हूँ और जो भी मेरे को लगेगा गलत है, गलत को गलत कहूँगा, सही को सही कहूँगा। जय हिंद, जय भारत। बहुत बहुत धन्यवाद। बाहर क्या मिलेगा? ਸੋ ਬਾਕਸਰ ਵਿਜੇਂਦਰ ਸਿੰਘ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਦਿੱਲੀ ਦੇ ਵਿੱਚ ਬੀਜੇਪੀ ਹੈੱਡਕੁਆਟਰ ਦਰਅਸਲ ਇਹ ਵੱਡੀ ਜੁਆਇਨਿੰਗ ਹੋਈ ਹੈ। ਵਿਨੋਦ ਤਾਵੜੇ ਜਿਹੜੇ ਕਿ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਨੇ, ਉਹਨਾਂ ਦੇ ਵੱਲੋਂ ਦਰਅਸਲ ਇਹ ਪਾਰਟੀ ਦੇ ਵਿੱਚ ਜੁਆਇਨਿੰਗ ਕਰਵਾਈ ਗਈ, ਉਹਨਾਂ ਨੂੰ ਬੀਜੇਪੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। 2019 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸਾਊਥ ਦਿੱਲੀ ਤੋਂ ਜਿਹੜੇ ਵਿਜੇਂਦਰ ਸਿੰਘ ਕਾਂਗਰਸ ਦੇ ਉਮੀਦਵਾਰ ਸਨ, ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਵੇਲੇ ਤੀਜੇ ਨੰਬਰ ਤੇ ਰਹੇ ਸਨ ਨਤੀਜਿਆਂ ਦੇ ਵਿੱਚ। ਤਾਂ ਹੁਣ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵਾਲੇ ਠੀਕ ਲੋਕ ਸਭਾ ਚੋਣਾਂ ਤੋਂ ਪਹਿਲਾਂ
ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ ਬਾਕਸਰ ਵਜਿੰਦਰ ਸਿੰਘ। ਖੈਰ ਵੇਖਣਾ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਿਸੇ ਸੀਟ ਤੋਂ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਹੈ, ਕਿਸ ਜਗ੍ਹਾ ਤੋਂ ਚੋਣ ਲੜਾਈ ਜਾਂਦੀ ਹੈ, ਇਹ ਵੀ ਹੌਲੀ ਹੌਲੀ ਪਿਕਚਰ ਜਿਹੜੀ ਸਾਫ਼ ਹੋਵੇਗੀ। ਸੋ ਇਸ ਦੇ ਵਿਚਾਲੇ ਕਾਂਗਰਸ ਦੇ ਲਈ ਜ਼ਰੂਰ ਇੱਕ ਝਟਕਾ ਕਿਹਾ ਜਾ ਸਕਦਾ ਹੈ ਕਿ ਉਹ ਬਾਕਸਰ ਉਹ ਮੁੱਕੇਬਾਜ਼ ਵਜਿੰਦਰ ਸਿੰਘ ਜਿਹੜੇ ਕਿ 2019 ਦੇ ਵਿੱਚ ਕਾਂਗਰਸ ਪਾਰਟੀ ਦੇ ਸਾਊਥ ਦਿੱਲੀ ਤੋਂ ਉਮੀਦਵਾਰ ਸਨ, कैंडिडेट सन, पर 2024 के अखाड़े के विचाले आखिरकार देश की तरक्की के लिए भारतीय जनता पार्टी से जुड़ा हूँ और मैं इसके लिए लोगों का भला कर सकूँ। खिलाड़ियों को लेकर मोदी सरकार में काफी द्वेष भी देखा गया, आपने खुद प्रदर्शन भी जंतर मंतर जो रहा उसे कैसे देखना चाहिए, बीजेपी ज्वाइन कर लिया है? जी हाँ बिल्कुल, मैं पहले भी कहते जो गलत को मैंने अभी स्टेज पे बताया कि मैं गलत को गलत कहूँगा, सही को सही कहूँगा, और मैं चाहूँगा कि इसमें भारतीय जनता पार्टी में मैं शामिल होकर बहुत सारे खिलाड़ियों का भला करूँ। तमाम जो अपोजिशन के नेता है, कांग्रेस के नेता है, वो बीजेपी ज्वाइन कर रहे हैं, क्या समझ में आ रहा है बीजेपी में क्या कमी लग रही है आप लोगों को? जी मैं समझा नहीं कैसे। लगातार कांग्रेस पार्टी से अपोजिशन से नेता छोड़कर बीजेपी में आ रहे हैं, तो उसमें क्या कमी आपको लग रही है? जी वो तो कांग्रेस वाले बताएंगे, मैं तो अभी बीजेपी में शामिल हो गया तो बीजेपी का हो गया हूँ, तो वो लोग बताएंगे क्या कमी है इसमें। आप आगे कुछ एक्सपेक्ट कर रहे हैं बीजेपी से, मोदी सरकार से? नहीं जी, हम देश सेवा करना चाहते हैं डॉक्टर साहब। ਸੋ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਮੁੱਕੇਬਾਜ਼ ਵਜਿੰਦਰ ਸਿੰਘ। ਜਦੋਂ ਪੱਤਰਕਾਰਾਂ ਦੇ ਸਵਾਲ ਕੀਤਾ ਜਾ ਰਿਹਾ ਸੀਗਾ ਉਸ ਸੰਦਰਭ ਦੇ ਵਿੱਚ ਸਵਾਲ ਕੀਤਾ ਗਿਆ ਜੋ ਕਿ ਮਹਿਲਾ ਪਹਿਲਵਾਨਾਂ ਦੇ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਸੀਗਾ। ਤਾਂ ਵਜਿੰਦਰ ਸਿੰਘ ਦੇ ਵੱਲੋਂ ਇਸ ਸਵਾਲ ਤੇ ਇੰਨਾ ਜ਼ਰੂਰ ਕਿਹਾ ਗਿਆ ਕਿ ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਾਂਗਾ। ਜੁਆਇਨਿੰਗ ਤੋਂ ਬਾਅਦ ਵੀ ਉਹਨਾਂ ਦੇ ਵੱਲੋਂ ਇਹਨਾਂ ਸ਼ਬਦਾਂ ਦਾ ਜ਼ਿਕਰ ਕੀਤਾ ਗਿਆ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਇਹ ਕਿਹਾ ਗਿਆ ਕਿ ਮੈਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਗੇ। ਸੋ ਆਖਿਰਕਾਰ ਬੀਜੇਪੀ ਦੇ ਵਿੱਚ ਵੱਡੀ ਜੁਆਇਨਿੰਗ ਹੋਈ ਹੈ ਬਾਕਸਰ ਵਜਿੰਦਰ ਸਿੰਘ ਦੀ। ਕਾਂਗਰਸ ਛੱਡ ਕੇ ਜਿਹੜੇ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। 2019 ਦੇ ਵਿੱਚ ਕਾਂਗਰਸ ਤੋਂ ਜਿਹੜੇ ਕਿ ਚੋਣ ਲੜ ਚੁੱਕੇ ਨੇ, ਕਾਂਗਰਸ ਤੋਂ ਜਿਹੜੇ ਕਿ ਸਾਊਥ ਦਿੱਲੀ ਤੋਂ ਉਮੀਦਵਾਰ ਸਨ, ਹਾਲਾਂਕਿ ਉਸ ਵੇਲੇ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਤੀਜੇ ਨੰਬਰ ਤੇ ਰਹੇ ਸਨ। ਪਰ 2024 ਦੇ ਅਖਾੜੇ ਦੇ ਵਿਚਾਲੇ ਕਾਂਗਰਸ ਵਾਸਤੇ ਵੱਡਾ ਝਟਕਾ ਹੈ ਕਿਉਂਕਿ 24 ਦੇ ਅਖਾੜੇ ਦੇ ਵਿਚਾਲੇ ਲਗਾਤਾਰ ਦਲ ਬਦਲੀਆਂ ਦਾ ਦੌਰ ਜਾਰੀ ਹੈ। ਗੱਲ ਪੰਜਾਬ ਦੀ ਕਰੀਏ ਤੇ ਪੰਜਾਬ ਦੇ ਵਿੱਚ ਅਜਿਹੀਆਂ ਤਸਵੀਰਾਂ ਅਸੀਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ। ਇਸੇ ਜਗ੍ਹਾ ਤੋਂ ਪਿਛਲੇ ਦਿਨੀ 2-3 ਜੁਆਇਨਿੰਗ ਜਿਹੜੀਆਂ ਵੱਡੀਆਂ ਹੋ ਚੁੱਕੀਆਂ ਨੇ, ਚਾਹੇ ਪਰਨੀਤ ਕੌਰ ਹੋਣ, ਇਸ ਤੋਂ ਇਲਾਵਾ ਰਵਨੀਤ ਬਿੱਟੂ, ਸੁਸ਼ੀਲ ਕੁਮਾਰ ਰਿੰਕੂ, ਸ਼ੀਤਲ ਅੰਗੁਰਾਲ, ਉਹ ਵੱਡੇ ਆਗੂ ਜਿਹੜੇ ਕਿ ਆਪਣੀ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਬੀਜੇਪੀ ਦੇ ਵਿੱਚ ਚਲੇ ਗਏ। ਤੇ ਅੱਜ ਵਜਿੰਦਰ ਸਿੰਘ ਜਿਹੜੇ ਕਿ ਪਹਿਲਾਂ ਕਾਂਗਰਸ ਦਾ ਹਿੱਸਾ ਸਨ, ਕਾਂਗਰਸ ਪਾਰਟੀ ਨੂੰ ਅਲਵਿਦਾ ਕਿਹਾ, ਕਾਂਗਰਸ ਛੱਡ ਕੇ ਅੱਜ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਨੇ। ਖੈਰ ਹੁਣ ਦੇਖਣਾ ਹੋਵੇਗਾ ਕਿ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਵਜਿੰਦਰ ਸਿੰਘ ਨੂੰ ਲੋਕ ਸਭਾ ਚੋਣਾਂ ਦੇ ਮੈਦਾਨ ਦੇ ਵਿੱਚ ਚੋਣ ਪਿੜ ਦੇ ਵਿੱਚ ਉਤਾਰਿਆ ਜਾਂਦਾ, ਕਿਸ ਜਗ੍ਹਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ, ਉਮੀਦਵਾਰ ਬਣਾਇਆ ਜਾਂਦਾ। ਖੈਰ ਆਉਣ ਵਾਲੇ ਦਿਨਾਂ ਦੇ ਵਿੱਚ ਪਿਕਚਰ ਸਾਫ਼ ਹੋਵੇਗੀ। ਤਸਵੀਰਾਂ ਤੁਹਾਨੂੰ ਦਿੱਲੀ ਬੀਜੇਪੀ ਹੈੱਡਕੁਆਟਰ ਦੀਆਂ ਵਿਖਾ ਰਹੇ ਹਾਂ ਜਿੱਥੇ ਕਿ ਦਰਅਸਲ ਜੁਆਇਨਿੰਗ ਹੋਈ ਹੈ। ਵਿਨੋਦ ਤਾਵੜੇ ਜਿਹੜੇ ਕਿ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਨੇ, ਉਹਨਾਂ ਦੇ ਵੱਲੋਂ ਹੀ ਦਰਅਸਲ ਬੀਜੇਪੀ ਦੇ ਵਿੱਚ ਵੱਡੀ ਜੁਆਇਨਿੰਗ ਕਰਵਾਈ ਗਈ ਹੈ। रुक करेंगे अगली बड़ी खबर दा। बीजेपी ने आतिशी ਨੂੰ ਲੀਗਲ ਨੋਟਿਸ ਭੇਜ ਦਿੱਤਾ ਹੈ। ਬੀਜੇਪੀ ਮੀਡੀਆ ਵਿਭਾਗ ਨੇ ਮਾਨਹਾਨੀ ਦਾ ਨੋਟਿਸ ਭੇਜਿਆ। ਆਤਿਸ਼ੀ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਆਫਰ ਦਾ ਦਰਅਸਲ ਕੱਲ ਹੀ ਦਾਅਵਾ ਕੀਤਾ ਸੀਗਾ ਤੇ ਜੇ ਮਾਫੀ ਨਾ ਮੰਗੀ ਤਾਂ ਮਾਨਹਾਨੀ ਦਾ ਕੇਸ ਦਾਇਰ ਕਰਾਂਗੇ। ਬੀਜੇਪੀ ਦੇ ਵੱਲੋਂ ਇਹ ਵੀ ਸਾਫ਼ ਕਿਹਾ ਗਿਆ ਆਤਿਸ਼ੀ ਦੀ ਆਦਤ ਝੂਠ ਬੋਲਣਾ ਹੈ ਤੇ ਭੱਜ ਜਾਣਾ ਹੈ। ਬੀਜੇਪੀ ਨੇ ਵੀ ਵੱਡਾ ਹਮਲਾ ਬੋਲਿਆ ਹੈ। ਉਹਨਾਂ ਨੇ ਕਿਹਾ ਕਿ ਆਫਰ ਦੇਣ ਵਾਲੇ ਦਾ ਨਾਮ ਦੱਸਣ ਆਤਿਸ਼ੀ, ਕਿਸ ਦਾ ਆਫਰ ਹੈ, ਕਿਸ ਦੇ ਵੱਲੋਂ ਆਫਰ ਦਿੱਤਾ ਗਿਆ, ਉਸ ਦਾ ਨਾਮ ਦੱਸਿਆ ਜਾਵੇ। ਆਤਿਸ਼ੀ ਦੱਸਣ ਕਿਸਨੇ ਤੇ ਕਿਵੇਂ ਸੰਪਰਕ ਕੀਤਾ, ਜੇ ਕੋਈ ਸਬੂਤ ਹੈ ਤਾਂ ਸਾਹਮਣੇ ਲਿਆਓ। ਇਹ ਵੀ ਸਿੱਧੇ ਤੌਰ ਤੇ ਚੈਲੰਜ ਕੀਤਾ ਕਿ ਜੇਕਰ ਉਹਨਾਂ ਦੇ ਕੋਲ ਕੋਈ ਸਬੂਤ ਹੈ ਤਾਂ ਸਾਹਮਣੇ ਲਿਆਓ, ਨਹੀਂ ਤਾਂ ਉਹਨਾਂ ਦੇ ਬੀਜੇਪੀ ਦੇ ਵੱਲੋਂ ਮਾਨਹਾਨੀ ਦਾ ਕੇਸ ਜਿਹੜਾ ਕਿ ਉਹ ਦਾਇਰ ਕੀਤਾ ਜਾਵੇਗਾ। तो जिथे कि लीगल नोटिस भेजा गया, खैर देखना होगा कि आने वाले दिनों के विच की पिक्चर जिहड़ी कि इस ते साफ हुंदी है। उत्थे केजरीवाल की गिरफ्तारी के खिलाफ भुख हड़ताल की जाएगी आम आदमी पार्टी के वलों। 7 अप्रैल को समूहिक भुख हड़ताल करनगे आप लीडर। जंतर मंतर ते 11 बजे तो आप लीडरों के वलों भुख हड़ताल की जाएगी। समर्थकों को देश भर के भुख हड़ताल करने की भी आम आदमी पार्टी ने अपील की है। बीजेपी के पाप का घड़ा भर रहा है। आम आदमी पार्टी के वलों बीजेपी से वड्डा हमला बोलिया गया। आपका कहना है कि रावण नूं भी सत्ता का हंकार हो गया सी। बीजेपी की उल्टी गिनती शुरू हो गई है। बीजेपी की तानाशाही खिलाफ देश भर तो आवाज उठ रही है। आम आदमी पार्टी के वलों बीजेपी से यह वड्डा हमला बोलिया गया। पार्टी ने निर्णय लिया है कि हम इस अभियान को और तेज करने के लिए अरविंद केजरीवाल की जो ये लड़ाई है उसको और समर्थन देने के लिए, लोगों का आशीर्वाद लेने के लिए, जिससे इस लड़ाई को मजबूती से लड़ा जा सके, इसके लिए 7 अप्रैल को
पूरे देश भर में सामूहिक उपवास किया जाएगा। 7 अप्रैल को जो लोग भी अरविंद केजरीवाल जी की गिरफ्तारी के खिलाफ हैं, जो लोग भी इस देश के संविधान को बचाना चाहते हैं, जो लोग भी इस देश में लोकतंत्र को बचाना चाहते हैं, जो लोग इस देश के अंदर जो ये अत्याचार और अन्याय हो रहा है उसको रोकना चाहते हैं, जो लोग इस देश से मोहब्बत करते हैं, उन सभी लोगों से ओपन कॉल है कि आप अगर अपने घर पे चाहें, आप अपने घर पे सामूहिक उपवास कर सकते हैं। अगर अपने गांव में चाहें, अपने गांव में सामूहिक उपवास कर सकते हैं। अपने मोहल्ले में चाहें, अपने मोहल्ले में सामूहिक उपवास कर सकते हैं। अपने ब्लॉक मुख्यालय पर अगर करना चाहते हैं, अपने ब्लॉक मुख्यालय पर आप अपना उपवास कर सकते हैं। तहसील मुख्यालय पे आप उपवास कर सकते हैं। जिला मुख्यालय पे आप उपवास कर सकते हैं। प्रदेश के राजधानियों में आप उपवास सामूहिक रूप से कर सकते हैं। इसी तरह से पूरे देश के अंदर जहां भी आप अरविंद केजरीवाल की इस लड़ाई में आप साथ देना चाहते हैं तो आप 7 अप्रैल को देशव्यापी ये उपवास का कार्यक्रम होगा, उसमें आप सहभागी बने।